ਪਵਨ ਕੁਮਾਰ ਨੇ ਲਿਖਿਆ ਹੈ, ਬਾਬਾ ਜੀ ਆਪਕੋ ਬਾਰੰਬਾਰ ਪ੍ਰਣਾਮ ਜੀ। ਬਾਬਾ ਜੀ ਜੋ ਪ੍ਰਾਣਹਾਰੀ ਭਾਵ ਕਿ ਜੋ ਅਨਾਜ ਨਹੀਂ ਖਾਂਦੇ ਹਨ, ਉਹਨਾਂ ਦੇ ਵਿਚਾਰ ਕਾਫੀ ਘੱਟ ਹੋ ਜਾਂਦੇ ਹਨ। ਕਿਆ ਉਹਨਾਂ ਲਈ ਇਕਾਂਤ ਨਿਵਾਸ ਐਸੇ ਹੋ ਜਾਂਦਾ ਹੈ ਜੀ? ਕਿਰਪਾ ਕਰਕੇ ਸਮਝਾਓ ਜੀ। ਅਨਾਜ ਨਾ ਖਾਣ ਬਾਰੇ ਪੁਰਾਣੇ ਸ਼ਾਸਤਰਾਂ 'ਚ ਲਿਖਿਆ ਹੋਇਆ ਹੈ। ਵਰਤ ਰੱਖਣ ਬਾਰੇ ਵੀ ਬਹੁਤ ਕੁਛ ਲਿਖਿਆ ਹੋਇਆ ਹੈ, ਤੇ ਬਹੁਤ ਸਮੇਂ ਤੋਂ ਐਸਾ ਸਾਧਕ ਕਰਦੇ ਵੀ ਰਹੇ ਹਨ, ਪਰ ਇਹਦੇ ਪਿੱਛੇ ਇੱਕ ਕਾਰਨ ਸੀ ਜੋ ਸਮਝਿਆ ਨਹੀਂ ਜਾ ਰਿਹਾ ਹੈ। ਕਾਰਨ ਇਹ ਹੈ ਕਿ ਸਰੀਰ ਨੂੰ ਜਿੰਨੀ ਖੁਰਾਕ ਜ਼ਿਆਦਾ ਮਿਲੇਗੀ, ਜਿੰਨਾ ਭੋਜਨ ਜ਼ਿਆਦਾ ਮਿਲੇਗਾ, ਓਨੀ ਹੀ ਸਰੀਰ ਦੇ ਅੰਦਰ ਵਾਸ਼ਨਾ ਉੱਠੇਗੀ, ਉਤੇਜਨਾ ਉੱਠੇਗੀ। ਦਰਅਸਲ ਕਾਮ ਵਾਸ਼ਨਾ ਸਰੀਰ ਦੀ ਵਾਧੂ ਸ਼ਕਤੀ ਤੋਂ ਪੈਦਾ ਹੁੰਦੀ ਹੈ, ਤੇ ਪੁਰਾਣੇ ਸਮਿਆਂ ਦੇ ਵਿੱਚ ਰਿਸ਼ੀ ਮੁਨੀਆਂ ਕੋ ਜਾਂ ਸਾਧੂ ਮਹਾਤਮਾ ਕੋ ਸਾਧਕ ਰਹਿੰਦੇ ਸਨ, ਉਹਨਾਂ ਨੂੰ ਭੋਜਨ ਬਹੁਤ ਘੱਟ ਕਰਨ ਵਾਸਤੇ ਕਹਿੰਦੇ ਸਨ, ਨਾਮ ਮਾਤਰ, ਬਲਕਿ ਜ਼ਿਆਦਾ ਤੋਂ ਜ਼ਿਆਦਾ ਤਿਆਗਿਆ ਜਾਵੇ ਤਾਂ ਕਿ ਸਰੀਰ ਦੇ ਵਿੱਚ ਬਹੁਤੀ ਉਤੇਜਨਾ ਨਾ ਰਹਿ ਜਾਵੇ। ਉਤੇਜਨਾ ਨਹੀਂ ਹੋਵੇਗੀ ਸਰੀਰ ਦੇ ਵਿੱਚ ਤੇ ਸਰੀਰ ਥੋੜ੍ਹਾ ਜਿਹਾ ਥਿਰ ਰਹੇਗਾ। ਇਵੇਂ ਹੀ ਗੌਤਮ ਬੁੱਧ ਜਦੋਂ ਰਾਜ ਮਹਿਲ ਤਿਆਗ ਕੇ ਨਿਕਲੇ ਸਨ, ਉਹਨਾਂ ਨੂੰ ਵੀ ਐਸੇ ਹੀ ਗੁਰੂਆਂ ਨਾਲ ਮਿਲਾਪ ਹੋਇਆ, ਅਤੇ ਉਹਨਾਂ ਨੂੰ ਵੀ ਦੱਸਿਆ ਗਿਆ ਭੋਜਨ ਦਾ ਤਿਆਗ। ਅਤੇ ਸ਼ਾਸਤਰਾਂ ਦੇ ਵਿੱਚ ਲਿਖਿਆ ਵੀ ਹੋਇਆ ਹੈ ਵੀ ਗੌਤਮ ਬੁੱਧ ਨੇ ਪੂਰੀ ਹੀ ਆਗਿਆ ਦਾ ਪਾਲਨ ਕੀਤਾ, ਭੋਜਨ ਨਹੀਂ ਖਾਧਾ, ਅਤੇ ਸਰੀਰ ਬਿਲਕੁਲ ਸੁੱਕ ਗਿਆ, ਹੱਡੀਆਂ ਦੇ ਨਾਲ ਮਾਸ ਲੱਗ ਗਿਆ, ਬਹੁਤ ਦੁਰਬਲ ਹੋ ਗਿਆ ਸੀ। ਅਤੇ ਕਹਾਣੀ ਉਹ ਹੈ ਵੀ ਉਹਨਾਂ ਕੋ ਉੱਠ ਨਹੀਂ ਸੀ ਹੁੰਦਾ, ਇੰਨਾ ਜ਼ਿਆਦਾ ਦੁਰਬਲ ਹੋ ਗਿਆ ਸਰੀਰ। ਨਦੀ ਦੇ ਕਿਨਾਰੇ ਬੈਠੇ ਹੋਏ ਸਨ, ਉੱਥੇ ਕਹਿੰਦੇ ਹਨ ਵੀ ਕੁਛ ਇਸਤਰੀਆਂ ਪਿੰਡ ਦੀਆਂ ਪਾਣੀ ਭਰਨ ਵਾਸਤੇ ਆਈਆਂ, ਤੋ ਗੀਤ ਗਾ ਰਹੀਆਂ ਸਨ ਵੀ ਸਰੀਰ ਨੂੰ ਸੁਕਾ ਕੇ, ਸਰੀਰ ਨੂੰ ਕਸ਼ਟ ਦੇ ਕੇ ਰੱਬ ਨਹੀਂ ਮਿਲਦਾ, ਅਤੀ ਕਰਕੇ ਰੱਬ ਨਹੀਂ ਮਿਲਦਾ, ਅਤੀ ਹੂੰ ਧੱਕਾ ਖਾਏ। ਕਹਾਣੀ ਉਹ ਹੈ, ਬਹੁਤ ਢੰਗ ਨਾਲ ਲਿਖੀ ਗਈ ਹੈ, ਪਰ ਹੋ ਸਕਦਾ ਹੈ ਉਹਨਾਂ ਦੇ ਅੰਦਰੋਂ ਹੀ ਐਸਾ ਖਿਆਲ ਆਇਆ ਹੋਵੇ ਵੀ ਇਹ ਮੈਂ ਗਲਤੀ ਕਰ ਰਿਹਾ। ਸਰੀਰ ਦਾ ਕੋਈ ਕਸੂਰ ਥੋੜ੍ਹੀ ਹੈ, ਸਰੀਰ ਤੇ ਪ੍ਰਾਕ੍ਰਿਤਿਕ ਹੈ, ਇਹਨੂੰ ਭੋਜਨ ਦੀ ਜ਼ਰੂਰਤ ਹੈ, ਭੋਜਨ ਮਿਲੇਗਾ ਚੱਲੇਗਾ, ਅਤੇ ਨਾ ਹੀ ਇਹਨੂੰ ਭੁੱਖਾ ਰੱਖ ਕੇ ਰੱਬ ਮਿਲਦਾ ਹੈ, ਨਾ ਹੀ ਬਹੁਤਾ ਰਜਾ ਕੇ ਰੱਬ ਮਿਲਦਾ ਹੈ। ਇਹਦੇ ਨਾਲ ਰੱਬ ਨਹੀਂ ਮਿਲਦਾ ਹੈ, ਬਲਕਿ ਇਹਦੇ ਵੱਲੋਂ ਧਿਆਨ ਹਟਾ ਕੇ ਮਿਲਦਾ ਹੈ, ਅਤੇ ਧਿਆਨ ਉਦੋਂ ਹੀ ਹਟੇਗਾ ਜਦੋਂ ਇਹ ਸਹਿਜ ਸੰਤੁਸ਼ਟ ਹੋਵੇਗਾ। ਖਿਆਲ ਵਿੱਚ ਰੱਖਿਓ, ਅਗਰ ਜ਼ਿਆਦਾ ਕੋਈ ਆਦਮੀ ਭੁੱਖਾ ਹੋਵੇਗਾ ਨਾ, ਵਰਤ ਰੱਖੇਗਾ, ਤੁਸੀਂ ਰੱਖ ਕੇ ਦੇਖ ਲਿਓ, ਅਤੇ ਧਿਆਨ ਵਾਰ ਵਾਰ ਸਰੀਰ ਵੱਲ ਜਾਵੇਗਾ, ਕਿਉਂਕਿ ਭੁੱਖ ਲੱਗੀ ਹੋਈ ਹੈ। ਸਰੀਰ ਦਾ ਜ਼ਿਆਦਾ ਚਿੰਤਨ ਹੁੰਦਾ ਹੈ,
ਜਿਹੜੇ ਭੋਜਨ ਘੱਟ ਕਰਦੇ ਹਨ। ਸਗੋਂ ਹਾਂ, ਵਾਸ਼ਨਾਵਾਂ ਘੱਟ ਫੁਰਦੀਆਂ ਹਨ ਕਿਉਂਕਿ ਸਰੀਰ ਦੇ ਵਿੱਚ ਬਲ ਨਹੀਂ ਹੈ ਭੋਗਣ ਦਾ, ਪਰ ਸਰੀਰ ਵੱਲ ਧਿਆਨ ਜ਼ਿਆਦਾ ਜਾਂਦਾ ਹੈ। ਜਿਵੇਂ ਰੱਜੇ ਹੋਏ ਆਦਮੀ ਦਾ ਧਿਆਨ ਜ਼ਿਆਦਾ ਜਾਂਦਾ ਹੈ। ਅਤੇ ਸਰੀਰ ਨੂੰ ਜਿੰਨਾ ਜ਼ਰੂਰੀ ਹੈ, ਇਸ ਕਾਰਨ ਕਿਹਾ ਗਿਆ ਹੈ ਵੀ ਸਾਤਵਿਕ ਸਤੋ ਆਹਾਰ, ਭਾਵ ਕਿ ਜਿੰਨਾ ਸਰੀਰ ਨੂੰ ਚਲਾਉਣ ਵਾਸਤੇ ਜ਼ਰੂਰੀ ਹੈ ਸ਼ੁੱਧ ਆਹਾਰ, ਜਿਹਦੇ ਕਾਰਨ ਸਰੀਰ ਭਟਕੇ ਨਾ, ਉਤੇਜਿਤ ਨਾ ਹੋਵੇ ਆਹਾਰ, ਵੈਸਾ ਕਰੋ ਤਾਂ ਕਿ ਸਰੀਰ ਥੋੜ੍ਹਾ ਜਿਹਾ ਸ਼ਾਂਤ ਰਹੇ, ਸਰੀਰ ਵੱਲ ਬਹੁਤਾ ਧਿਆਨ ਨਾ ਜਾਵੇ। ਅਤੇ ਆਹਾਰ ਨਾ ਕਰਨ ਨਾਲ ਸਰੀਰ ਬਹੁਤਾ ਸਕਰੀਨ ਨਹੀਂ ਰਹਿੰਦਾ ਹੈ, ਉਤੇਜਿਤ ਨਹੀਂ ਹੁੰਦਾ ਹੈ। ਇਸ ਕਾਰਨ ਬਹੁਤਾ ਲੱਗਦਾ ਹੈ ਵੀ ਵਿਚਾਰ ਘੱਟ ਹੋ ਗਏ ਹਨ, ਪਰ ਉਸੇ ਸਰੀਰ ਦੇ ਅੰਦਰ ਤੁਸੀਂ ਸਵਾਦਿਸ਼ਟ ਭੋਜਨ ਪਾ ਦਿਓ ਅਤੇ ਥੋੜ੍ਹੇ ਦਿਨਾਂ ਦੇ ਬਾਅਦ ਫਿਰ ਉੱਦਾਂ ਹੀ ਵਾਸ਼ਨਾਵਾਂ ਕਾਮਨਾਵਾਂ ਉੱਠ ਖੜੀਆਂ ਹੋਣਗੀਆਂ। ਅਤੇ ਇਹਨਾਂ ਨੇ ਕਿਹਾ ਹੈ ਨਾ ਵੀ ਭੋਜਨ ਜਿਹੜਾ ਨਹੀਂ ਕਰਦੇ ਹਨ ਆਹਾਰ, ਉਹਨਾਂ ਦਾ ਇਕਾਂਤਵਾਸ ਵੈਸੇ ਹੀ ਹੋ ਜਾਂਦਾ ਹੈ। ਨਹੀਂ, ਭੋਜਨ ਨਾ ਕਰਨ ਨਾਲ ਇਕਾਂਤਵਾਸ ਨਹੀਂ ਹੁੰਦਾ ਹੈ, ਸਰੀਰ ਦੇ ਨਾਲ ਵਾਸ ਹੋ ਜਾਂਦਾ ਹੈ, ਸਰੀਰ ਦੇ ਕੋਲ ਬਿਰਤੀ ਰਹਿੰਦੀ ਹੈ, ਸੁਰਤ ਰਹਿੰਦੀ ਹੈ, ਕਿਉਂਕਿ ਸਰੀਰ ਨੂੰ ਭੁੱਖ ਲੱਗੀ ਹੋਈ ਹੈ। ਇਵੇਂ ਹੀ ਤਪੱਸਿਆ ਪੈਦਾ ਹੋਈ ਸੀ ਪੁਰਾਣੇ ਸਮੇਂ 'ਚ ਵੀ ਸਰੀਰ ਨੂੰ ਕਸ਼ਟ ਦਿਓ, ਧੂਣੀਆਂ 'ਤੇ ਬੈਠੋ, ਕੰਡਿਆਂ 'ਤੇ ਲੇਟੋ, ਭਾਵ ਕਿ ਸਰੀਰ ਨੂੰ ਕਸ਼ਟ ਹੋਵੇਗਾ ਅਤੇ ਸੁਰਤ ਜਿਹੜੀ ਹੈ, ਧਿਆਨ ਹੈ, ਉਹ ਸਰੀਰ ਦੇ ਉੱਪਰ ਰਹੇਗਾ। ਅਤੇ ਧਿਆਨ ਨੂੰ ਇਕਾਗਰ ਕਰਨ ਵਾਸਤੇ ਤਪੱਸਿਆ ਹੈ। ਇਵੇਂ ਹੀ ਆਹਾਰ ਨੂੰ ਤਿਆਗ ਕੇ ਸਾਧਕ ਐਸਾ ਕਰਦੇ ਰਹੇ ਹਨ, ਪਰ ਇਹਦੇ ਦੁਆਰਾ ਸਿੱਧੀ ਨਹੀਂ ਹੋ ਜਾਂਦੀ ਹੈ, ਖਿਆਲ ਵਿੱਚ ਰੱਖਿਓ। ਨਾ ਹੀ ਇਕਾਂਤਵਾਸ ਦੇ ਵਿੱਚ ਰਹਿ ਕੇ ਹੀ ਕੋਈ ਸਿੱਧੀ ਹੋ ਜਾਂਦੀ ਹੈ, ਕਿਉਂਕਿ ਅਗਰ ਕੋਈ ਇਕਾਂਤਵਾਸ ਦੇ ਵਿੱਚ ਰਹਿੰਦਾ ਰਿਹਾ, ਜਿਵੇਂ ਪੁਰਾਣੇ ਸਮਿਆਂ 'ਚ ਰਿਸ਼ੀ ਮੁਨੀ ਰਹਿੰਦੇ ਸੀ ਅਤੇ ਕਥਾ ਕਹਾਣੀਆਂ ਹੈ ਨਾ, ਫਿਰ ਭਟਕ ਜਾਂਦੇ ਸੀ। ਮਛੰਦਰ ਨਾਥ ਜੀ ਭਟਕ ਗਏ, ਬਹੁਤ ਸਮਾਂ ਇਕਾਂਤ 'ਚ ਰਹੇ। ਅਗਰ ਵਾਸ਼ਨਾ ਹੈ ਅੰਦਰ, ਭੋਗਣ ਦੀ ਚਾਹ ਹੈ, ਭੋਗਣ ਦੀ, ਸੰਸਾਰ ਨੂੰ ਅਜੇ ਭੋਗਿਆ ਨਹੀਂ ਹੈ, ਜਾਣਿਆ ਨਹੀਂ ਹੈ, ਵਿਅਰਥ, ਅਤੇ ਇਕਾਂਤਵਾਸ ਤੋਂ ਜਦੋਂ ਹੀ ਵਾਪਸ ਜਾਵੇਗਾ ਸਾਧਕ, ਉਦੋਂ ਹੀ ਵਾਸ਼ਨਾਵਾਂ ਘੇਰ ਲੈਣਗੀਆਂ, ਕਾਮਨਾਵਾਂ ਘੇਰ ਲੈਣਗੀਆਂ, ਅਤੇ ਫਿਰ ਸੰਸਾਰ 'ਚ ਮਨ ਭਟਕ ਜਾਵੇਗਾ ਅਤੇ ਜ਼ਿਆਦਾ ਛੇਤੀ ਭਟਕੇਗਾ। ਇਕਾਂਤ 'ਚੋਂ ਆ ਕੇ ਜ਼ਿਆਦਾ ਚੰਗਾ ਲੱਗੇਗਾ ਉਹਨੂੰ, ਰਮਣੀਕ ਲੱਗੇਗਾ ਸੰਸਾਰ, ਭੋਗਣ ਨੂੰ ਚਿੱਤ ਕਰੇਗਾ। ਇਸੇ ਕਾਰਨ ਸਾਧਕ ਫਸ ਜਾਂਦੇ ਹੈ। ਅਤੇ ਇਕਾਂਤਵਾਸ ਸਹਿਯੋਗੀ ਹੁੰਦਾ ਹੈ। ਇਵੇਂ ਹੀ ਆਹਾਰ ਦਾ ਤਿਆਗ ਵੀ ਸਹਿਯੋਗੀ ਹੋ ਸਕਦਾ ਹੈ ਧਿਆਨ ਨੂੰ ਥਿਰ ਕਰਨ ਵਿੱਚ, ਤਾਂ ਕਿ ਧਿਆਨ ਕੋਲੇ ਆ ਜਾਵੇ, ਸਰੀਰ 'ਤੇ ਆ ਜਾਵੇ, ਪਰ ਉਪਲਬਧੀ ਨਹੀਂ ਹੈ, ਬਲਕਿ ਜ਼ਿਆਦਾਤਰ ਸਰੀਰ 'ਤੇ ਧਿਆਨ ਟਿਕ ਜਾਵੇਗਾ, ਸਰੀਰ ਦੇ ਨਾਲ ਜ਼ਿਆਦਾ ਮੋਹ ਹੋ ਜਾਵੇਗਾ। ਇਹਦੇ ਨਾਲੋਂ ਜ਼ਿਆਦਾ ਵਧੀਆ ਹੈ ਵੀ ਜਿੰਨਾ ਜ਼ਰੂਰੀ ਹੈ ਸਰੀਰ ਵਾਸਤੇ, ਚੱਲਣ ਵਾਸਤੇ, ਓਨਾ ਕੁ ਆਹਾਰ ਸਰੀਰ ਨੂੰ ਦਿੰਦਾ ਰਹੇ, ਤਾਂ ਕਿ ਸਹਿਜ ਸਰੀਰ ਵੱਲ ਬਹੁਤਾ ਧਿਆਨ ਨਾ ਜਾਵੇ। ਇਵੇਂ ਹੀ ਗੌਤਮ ਬੁੱਧ ਨੇ ਬਾਅਦ ਵਿੱਚ ਕੀਤਾ ਸੀ। ਫਿਰ ਉਹਨਾਂ ਨੇ ਕਦੇ ਵੀ ਆਹਾਰ ਛੱਡਣ ਵਾਸਤੇ ਕਿਸੇ ਸਾਧਕ ਨੂੰ ਨਹੀਂ ਸੀ ਕਿਹਾ। ਉਹਨਾਂ ਨੇ ਆਪਣੇ ਮਾਰਗ ਦਾ ਨਾਮ ਵੀ ਮੱਧਮ ਨਿਗਾਹੇ ਕਿਹਾ ਹੈ, ਭਾਵ ਕਿ ਵਿਚਾਲੇ ਦਾ ਰਸਤਾ, ਨਾ ਜ਼ਿਆਦਾ ਖਾਣਾ, ਨਾ ਬਿਲਕੁਲ ਛੱਡ ਕੇ ਬੈਠ ਜਾਣਾ, ਉਹਨਾਂ ਦਾ ਇਹ ਕਹਿਣਾ ਸੀ। ਇਵੇਂ ਹੀ ਬਾਬੇ ਨਾਨਕ ਨੇ ਕਿਹਾ ਹੈ, ਅਤੀਹੁ ਧੱਕਾ ਖਾਏ, ਬਹੁਤਾ ਨਹੀਂ, ਥੋੜ੍ਹਾ ਖਾਵਣ ਸਾਵਣ, ਗੁਰਮੁਖ ਹਿਰਦੇ ਗਰੀਬੀ ਆ। ਕਹਿੰਦੇ ਥੋੜ੍ਹਾ ਖਾਣਾ, ਥੋੜ੍ਹਾ ਸੌਣਾ, ਭਾਵ ਕਿ ਥੋੜ੍ਹਾ ਥੋੜ੍ਹਾ, ਕਿਸੇ ਪਾਸੇ ਵੀ ਅਤੀ ਨਹੀਂ ਕਰਨੀ। ਇਹੋ ਹੀ ਦੱਸਦੇ ਰਹੇ ਹਨ ਸਤਿਪੁਰਖ। ਪਰ ਮਨ ਅਤੀ ਕਰਨੀ ਚਾਹੁੰਦਾ ਹੈ, ਕਿਉਂਕਿ ਮਨ ਦੀ ਤ੍ਰਿਪਤੀ ਅਤੀ 'ਚ ਹੁੰਦੀ ਹੈ ਨਾ।
ਉਹਨੂੰ ਲੱਗਦਾ ਹੈ ਵੀ ਕੁਛ ਕਰ ਰਿਹਾ ਹਾਂ। ਹੰਕਾਰ ਦੀ ਤ੍ਰਿਪਤੀ ਹੁੰਦੀ ਵੀ ਦੇਖੋ ਮੇਰੇ ਵਰਗਾ ਹੈ ਕੋਈ ਭੋਜਨ ਛੱਡ ਕੇ ਬੈਠਾ ਹੋਇਆ, ਕੁਛ ਵੀ ਨਹੀਂ ਖਾਂਦਾ। ਕਿੰਨੇ ਸਾਲ ਹੋ ਗਏ, ਕਈ ਛੱਡ ਦਿੰਦੇ ਹਨ ਭੋਜਨ ਅਤੇ ਫਲਾਹਾਰ ਕਰਦੇ ਹਨ, ਫਲਾਹਾਰੀ ਹੋ ਜਾਂਦੇ। ਉਹ ਸਗੋਂ ਦੂਸਰਿਆਂ ਨੂੰ ਪ੍ਰੋਬਲਮ ਖੜੀ ਕਰਦੇ ਹਨ। ਮੈਂ ਦੇਖਿਆ ਹੈ ਨਾ, ਕਿਤੇ ਵੀ ਜਾਣਗੇ ਉਹਨਾਂ ਵਾਸਤੇ ਫਲ ਇਕੱਠੇ ਕਰੋ। ਕਈ ਦੁੱਧਾਧਾਰੀ ਹੁੰਦੇ ਹਨ, ਉਹਨਾਂ ਵਾਸਤੇ ਦੁੱਧ ਮੰਗਾਓ। ਕੁਛ ਨਾ ਕੁਛ ਨਿਰਣੇ ਕਰ ਲੈਂਦੇ ਹਨ ਬਹੁਤ ਸਾਰੇ ਮਹਾਤਮਾ, ਆਹ ਨਹੀਂ ਖਾਣਾ, ਇਹ ਨਹੀਂ ਖਾਣਾ, ਉਹ ਨਹੀਂ ਖਾਣਾ। ਉਹ ਦੂਸਰਿਆਂ ਵਾਸਤੇ ਪ੍ਰੋਬਲਮ ਖੜੀ ਕਰਦੇ। ਨਹੀਂ, ਸਹਿਜ ਰਹਿਣਾ ਚਾਹੀਦਾ ਹੈ ਸਾਧੂ ਨੂੰ। ਠੀਕ ਹੈ, ਜੋ ਸਾਤਵਿਕ ਸਹਿਜ ਭੋਜਨ ਮਿਲੇ ਉਹਨਾਂ ਕਰ ਲਵੇ, ਨਾ ਦੂਸਰਿਆਂ ਨੂੰ ਚੱਕਰਾਂ 'ਚ ਪਾਵੇ, ਨਾ ਆਪ ਹੀ ਚੱਕਰਾਂ 'ਚ ਪਵੇ ਵੀ ਮੈਂ ਇਹੋ ਹੀ ਕਰਨਾ ਹੈ। ਫਿਰ ਉਹਦੇ ਭੋਜਨ ਵੱਲ ਹੀ ਧਿਆਨ ਰਹਿੰਦਾ ਹੈ। ਬਹੁਤੇ ਭੋਜਨ ਬਾਰੇ ਹੀ ਸੋਚਦੇ ਰਹਿੰਦੇ ਹਨ। ਮੈਂ ਦੇਖਿਆ ਹੈ ਐਸੇ ਯੋਗੀ ਹਨ, ਸਾਧਕ ਹਨ, ਉਹ ਬੜੀ ਚਰਚਾ ਕਰਦੇ ਹਨ, ਆਹ ਨਹੀਂ ਖਾਣਾ, ਜੇ ਨਹੀਂ ਖਾਣਾ, ਇੰਨੇ ਵਜੇ ਖਾਣਾ, ਇੰਨੇ ਵਜੇ ਨਹੀਂ ਖਾਣਾ, ਇੰਨਾ ਖਾਣਾ। ਉਹ ਸਾਰੀ ਦਿਹਾੜੀ ਭੋਜਨ ਦੀ ਚਰਚਾ ਵਿਚਾਰ ਚੱਲਦੀ ਰਹਿੰਦੀ, ਭੋਜਨ ਦਾ ਖਿਆਲ। ਜਿਵੇਂ ਕਈ ਆਸਣਾਂ ਬਾਰੇ ਦੱਸਦੇ ਰਹਿੰਦੇ ਹਨ, ਯੋਗ ਸਾਧਨਾ ਬਾਰੇ, ਵੀ ਕਿਹੜੀ ਕਿਹੜੀ ਸਾਧਨਾ ਯੋਗ ਕਰਨਾ ਹੈ, ਕਿਹੜਾ ਕਿਹੜਾ ਪਰਿਣਾਮ ਕਰਨਾ ਹੈ। ਕਈ ਪ੍ਰਤਿਹਾਰ ਬਾਰੇ ਸੋਚਦੇ ਰਹਿੰਦੇ ਆ। ਇਹ ਤਾਂ ਸਰੀਰ ਦੇ ਤਲ 'ਤੇ ਹੀ ਹੈ ਨਾ ਸੋਚ। ਅਤੇ ਖਿਆਲ ਵਿੱਚ ਰੱਖਣ ਯੋਗ ਹੈ ਵੀ ਇਹ ਸਹਿਯੋਗੀ ਹੁੰਦੇ ਹਨ। ਜਿਵੇਂ ਮੈਂ ਇਕਾਂਤਵਾਸ ਕਹਿੰਦਾ ਹਾਂ, ਇਹ ਸਿਰਫ ਸਹਿਯੋਗੀ ਹੈ ਪਰਮਾਰਥ ਦੇ ਮਾਰਗ 'ਤੇ ਚੱਲਣ ਵਾਸਤੇ। ਅਗਰ ਕਿਸੇ ਨੇ ਜਾਣਾ ਹੈ ਅਤੇ ਥੋੜ੍ਹਾ ਜਿਹਾ ਇਕਾਂਤ 'ਚ ਬੈਠੇਗਾ ਅਤੇ ਘੱਟ ਸੁਰਤ ਭਟਕੇਗੀ, ਘੱਟ ਧਿਆਨ ਭਟਕੇਗਾ। ਇਵੇਂ ਹੀ ਆਹਾਰ ਜਿਹੜਾ ਹੈ ਬਿਲਕੁਲ ਸਰੀਰ ਦੇ ਅਨੁਕੂਲ ਕਰੇਗਾ। ਅਤੇ ਸਾਰਿਆਂ ਦਾ ਸਰੀਰ ਭਿੰਨ ਭਿੰਨ ਹੈ, ਇਸ ਕਰਕੇ ਸਾਰਿਆਂ ਦਾ ਆਹਾਰ ਭਿੰਨ ਭਿੰਨ ਹੋਵੇਗਾ। ਅਤੇ ਜੈਸਾ ਵੀ ਸਰੀਰ ਦੇ ਅਨੁਕੂਲ ਹੋਵੇ ਵੈਸਾ ਕਰੋਗੇ ਅਤੇ ਸਰੀਰ ਸਹਿਜ ਰਹੇਗਾ, ਸ਼ਾਂਤ ਰਹੇਗਾ ਅਤੇ ਬਹੁਤਾ ਭਟਕੇਗਾ ਨਹੀਂ। ਅਤੇ ਅਗਰ ਮਨ ਦੇ ਅੰਦਰ ਵਾਸ਼ਨਾ ਹੈ, ਚਾਹਤ ਹੈ ਕੁਛ ਪਾਉਣ ਦੀ, ਕੁਛ ਹੋਣ ਦੀ, ਫਿਰ ਇਹ ਜਿਹੜੇ ਸਹਿਯੋਗ ਹਨ, ਨਾ ਇਕਾਂਤਵਾਸ ਸਹਿਯੋਗੀ ਹੋਵੇਗਾ, ਨਾ ਹਾਰ ਛੱਡ ਕੇ ਹੀ ਕੁਛ ਮਿਲੇਗਾ, ਨਾ ਧੂਣੀਆਂ ਤਾ ਕੇ ਤਪ ਕਰਕੇ ਤਪੱਸਿਆ ਕੁਛ ਹਾਸਲ ਹੋਵੇਗਾ। ਕਿਉਂਕਿ ਅੰਦਰ ਵਾਸ਼ਨਾ ਹੈ ਨਾ, ਪਹਿਲਾਂ ਤਾਂ ਅੰਦਰ ਦੀ ਵਾਸ਼ਨਾ ਛੱਡਣੀ ਹੈ। ਅਤੇ ਵਾਸ਼ਨਾ ਉਦੋਂ ਹੀ ਛੁੱਟੇਗੀ ਜਦੋਂ ਜਾਣ ਲਵੇਗਾ ਵੀ ਸੰਸਾਰ ਦੇ ਵਿੱਚ ਜਿਹੜੇ ਸੁੱਖ ਹਨ ਉਹ ਵਿਅਰਥ ਹਨ, ਉਹ ਛਣ ਭੰਗੁਰ ਹਨ। ਲੋਕਾਂ ਨੂੰ ਲੱਗਦਾ ਹੈ ਅਸੀਂ ਸੁਖੀ ਹਾਂ, ਭੱਜੇ ਫਿਰਦੇ ਹਾਂ। ਜਿਵੇਂ ਹੁਣੇ ਹੀ ਥੋੜ੍ਹੀ ਦੇਰ ਪਹਿਲਾਂ ਬਾਰਿਸ਼ ਹੋ ਰਹੀ ਸੀ ਅਤੇ ਮੇਰੇ ਨਾਲ ਅੰਦਰ ਦਲੇਰ ਜਗਮੋਹਨ ਸਿੰਘ ਬੈਠੇ ਹੋਏ ਸਨ ਅਤੇ ਕਹਿ ਰਹੇ ਸਨ ਕਿ 95% ਲੋਕ ਜਿਹੜੇ ਹਨ ਉਹ ਜੋ ਨੋਰਮਲ ਜ਼ਿੰਦਗੀ ਜਿਵੇਂ ਭੱਜ ਦੌੜ ਵਾਲੀ ਜੀ ਰਹੇ ਹਨ, ਉਹਨੂੰ ਹੀ ਸਹੀ ਸਮਝਦੇ ਹਨ। ਅਤੇ ਜਿਹੜਾ ਇਸ ਢੰਗ ਦੇ ਨਾਲ ਗੁਫਾ ਦੇ ਵਿੱਚ ਬੈਠ ਗਿਆ, ਕਿਤੇ ਨਾ ਕਿਤੇ ਇਕਾਂਤ ਦੇ ਵਿੱਚ ਬੈਠਾ ਹੋਇਆ ਹੈ ਸ਼ਾਂਤ, ਉਹਨੂੰ ਨੋਰਮਲ ਨਹੀਂ ਸਮਝਦੇ ਹਨ। ਅਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਪਾਗਲਖਾਨੇ ਗਏ ਹੋ ਕਦੇ? ਅਤੇ ਪਾਗਲਖਾਨੇ 'ਚ ਜਿਹੜੇ ਪਾਗਲ ਰਹਿੰਦੇ ਹਨ ਨਾ, ਉਹ ਦੂਸਰਿਆਂ ਨੂੰ ਪਾਗਲ ਸਮਝਦੇ ਹਨ ਵੀ ਸਾਡੀ ਗੱਲ ਨਹੀਂ ਸਮਝ ਰਹੇ ਹਨ। ਇਹ ਪਾਗਲ ਆਪਣੇ ਆਪ ਨੂੰ ਪਾਗਲ ਥੋੜ੍ਹੀ ਸਮਝਦਾ। ਜੇ ਸਮਝ ਹੀ ਲਵੇ ਤਾਂ ਉਹ ਪਾਗਲਪਨ ਤੋਂ ਬਾਹਰ ਆ ਜਾਵੇਗਾ। ਇਵੇਂ ਹੀ ਇਨਸਾਨ ਹੈ, ਮਨੁੱਖ ਹੈ, ਉਹ ਆਪਣੇ ਆਪ ਨੂੰ ਗਲਤ ਜਾਂ ਬੇਸਮਝ ਥੋੜ੍ਹੀ ਸਮਝ ਰਿਹਾ, ਤੋਂ ਬੇਸਮਝ ਹੈ ਹੀ। ਹੁਣ ਤੁਸੀਂ ਦੇਖੋ ਵੀ ਪਸ਼ੂ ਪੰਛੀ ਹਨ, ਉਹਨਾਂ ਨੂੰ ਅਗਰ ਪੇਟ ਭਰ ਭੋਜਨ ਮਿਲ ਗਿਆ ਤਾਂ ਉਹ ਆਰਾਮ ਦੇ ਨਾਲ ਸੌਂ ਜਾਂਦੇ ਹਨ, ਬੈਠ ਜਾਂਦੇ ਹਨ, ਫਿਰ ਉਹਨਾਂ ਦੀ ਭੱਜ ਦੌੜ ਬੰਦ ਹੋ ਜਾਂਦੀ। ਪਰ ਮਨੁੱਖ ਐਸਾ ਨਹੀਂ ਕਰਦਾ ਹੈ। ਬਹੁਤਿਆਂ ਮਨੁੱਖਾਂ ਦਾ
ਅਜੋਕੇ ਸਮੇਂ 'ਚ ਪੇਟ ਭਰਿਆ ਹੋਇਆ ਹੈ, ਪਰ ਉਹ ਬੈਠ ਨਹੀਂ ਰਹੇ ਹਨ। ਅਤੇ ਇਹਦਾ ਮਤਲਬ ਇਹ ਪਸ਼ੂ ਨਾਲੋਂ ਵੀ ਗਏ ਬੀਤੇ ਹਨ ਵੀ ਜਦੋਂ ਪੇਟ ਭਰ ਭੋਜਨ ਤੁਹਾਡੇ ਕੋਲ ਹੈ, ਕਿਉਂ ਭੱਜੇ ਫਿਰਦੇ ਹੋ ਵਾਹਦਾ। ਪਰ ਉਹ ਆਪਣੇ ਆਪ ਨੂੰ ਠੀਕ ਸਮਝਣਗੇ, ਪਰ ਉਹ ਆਪਣੀਆਂ ਵਾਸ਼ਨਾਵਾਂ ਕਾਮਨਾਵਾਂ ਕਰਕੇ ਭੱਜ ਰਹੇ ਹਨ। ਹੋਰ ਸੁੱਖ ਮਿਲ ਜਾਏ, ਹੋਰ ਕੁਛ ਮਿਲ ਜਾਵੇ, ਅਤੇ ਦੌੜ ਰਹੇ ਹਨ ਵੀ ਆਪਣੀ ਮੂੜਤਾ ਉਹਨਾਂ ਨੂੰ ਨਜ਼ਰ ਨਹੀਂ ਆ ਰਹੀ ਹੈ। ਮੂੜ ਹੀ ਪਸ਼ੂਆਂ ਨਾਲੋਂ ਵੀ ਜ਼ਿਆਦਾ ਮੂੜ। ਜਿਵੇਂ ਆ ਪਿੱਛੇ ਇੱਕ ਸ਼ਬਦ ਲਿਖ ਪਾਇਆ ਸੀ ਨਾ, ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ। ਪਸ਼ੂ ਹੀ ਚੰਗੇ ਹਨ, ਮਰਨ ਤੋਂ ਬਾਅਦ ਵੀ ਕੰਮ ਆਉਂਦੇ ਹਨ। ਉਹਨਾਂ ਦਾ ਮਾਸ ਜਾਨਵਰ ਖਾ ਲੈਂਦੇ, ਉਹਨਾਂ ਦਾ ਚਮੜਾ ਕੰਮ ਆ ਜਾਂਦਾ, ਹੱਡੀਆਂ ਕੰਮ ਆ ਜਾਂਦੀ। ਅਤੇ ਮਨੁੱਖ ਤਾਂ ਜੀਂਦੇ ਜੀ ਕਿਸੇ ਦੇ ਕੰਮ ਨਹੀਂ ਆਉਂਦਾ ਹੈ। ਆਪ ਭੱਜਾ ਫਿਰਦਾ ਹੈ, ਦੌੜ ਦੇ ਵਿੱਚ ਲੱਗਾ ਹੋਇਆ, ਦੂਸਰਿਆਂ ਨੂੰ ਦੌੜ ਦੇ ਵਿੱਚ ਪਾ ਰਿਹਾ। ਆਪ ਵਾਸ਼ਨਾ 'ਚ ਫਸਿਆ, ਦੂਸਰਿਆਂ ਨੂੰ ਵਾਸ਼ਨਾ 'ਚ ਪਾ ਰਿਹਾ। ਆਪ ਤੜਫੇਗਾ ਮਰਨ ਵੇਲੇ, ਦੂਸਰਿਆਂ ਨੂੰ ਵੀ ਤੜਫਾਏਗਾ। ਅਤੇ ਜੀਂਦੇ ਜੀ ਕੁਛ ਨਹੀਂ ਦੇ ਸਕਿਆ, ਅਤੇ ਮਰਨ ਤੋਂ ਬਾਅਦ ਕੀ ਦੇਵੇਗਾ ਉਹ। ਅਤੇ ਸਤਿਪੁਰਖ ਜਿਹੜੇ ਹਨ ਨਾ, ਉਹ ਬਹੁਤ ਕੁਛ ਦੇ ਜਾਂਦੇ ਹਨ ਜੀਂਦੇ ਜੀ, ਜਿਹੜਾ ਬਾਅਦ ਸਦੀਆਂ ਤੱਕ ਵੀ ਮਨੁੱਖਾਂ ਕੋਲ ਨਹੀਂ ਮੁੱਕਦਾ ਹੈ। ਉਹ ਹੈ ਸ਼ਾਂਤੀ। ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਭੁਲਾਇਣ। ਉਹ ਜਨਮਾਂ ਜਨਮਾਂਤਰਾਂ ਦੇ ਦੁੱਖਾਂ ਦਾ ਨਾਸ ਕਰਦੇ ਹਨ, ਆਵਾਗਾਉਣ ਤੋਂ ਮੁਕਤ ਕਰਦੇ ਹਨ। ਜਦੋਂ ਤੁਹਾਡੇ ਮਨ ਅੰਦਰ ਕੋਈ ਵਾਸ਼ਨਾ ਨਾ ਹੋਵੇਗੀ, ਉਦੋਂ ਤੁਸੀਂ ਸ਼ਾਂਤ ਬੈਠੋਗੇ। ਉਹ ਹੀ ਇਕਾਂਤ ਬੈਠਣਾ ਹੈ। ਅਤੇ ਜਿਹੜਾ ਇਕਾਂਤ ਬੈਠ ਗਿਆ, ਉਹਦੀ ਦੌੜ ਖਤਮ ਹੋ ਗਈ। ਫਿਰ ਮਨ ਮਰੈ ਤਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ